चाउन मरण को दीन मजब कै भाई हम मार दिन थक गए ओए घटत नाम कहूँ दाई। ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਹਜ਼ੂਰ ਸਜੇ ਹੋਏ ਗੁਰੂ ਦਰਬਾਰ ਦੀ ਹਾਜ਼ਰੀ ਭਰ ਰਹੇ ਗੁਰੂ ਪਿਆਰੇ ਸਤ ਸੰਗੀ ਜਨੋ, ਵਡਭਾਗੇ ਹੋ ਆਪ ਜੀ ਜੋ ਕਿ ਸਤਿਗੁਰੂ ਜੀ ਦੀ ਅਪਾਰ ਰਹਿਮਤ ਸਦਕਾ ਸਜੇ ਹੋਏ ਸ਼ਾਮ ਦੇ ਦੀਵਾਨਾਂ ਦੇ ਅੰਦਰ ਮੇਰੇ ਤੋਂ ਪਹਿਲਾਂ ਗੁਰੂ ਪਿਆਰਿਆਂ ਪਾਸੋਂ ਅੰਮ੍ਰਿਤਮਈ ਕੀਰਤਨ ਬੜੇ ਹੀ ਪ੍ਰੇਮ ਸਹਿਤ ਸਰਵਣ ਕਰ ਰਹੇ ਸੀ। ਰੋਜ਼ਾਨਾ ਦੀ ਤਰ੍ਹਾਂ ਭਾਈ ਰਤਨ ਸਿੰਘ ਜੀ ਭੰਗੂ ਜਿਨ੍ਹਾਂ ਦੁਆਰਾ ਲਿਖਤ ਗ੍ਰੰਥ ਪ੍ਰਾਚੀਨ ਪੰਥ ਪ੍ਰਕਾਸ਼, ਜਿਸ ਦੀਆਂ ਇਤਿਹਾਸਕ ਵਿਚਾਰਾਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ ਜੀ। ਗੁਰੂ ਪਿਆਰ ਵਾਲਿਓ, ਰੋਜ਼ਾਨਾ ਇਸ ਇਤਿਹਾਸਕ ਸਰੋਤ ਵਿੱਚੋਂ ਲੜੀਵਾਰ 18ਵੀਂ ਸਦੀ ਦੇ ਮਹਾਨ ਸਿੱਖਾਂ ਦੀ ਸੰਘਰਸ਼ਮਈ ਗਾਥਾ ਆਪ ਜੀ ਦੇ ਨਾਲ ਸਾਂਝੀ ਕਰਨ ਦਾ ਯਤਨ ਕਰਦੇ ਹਾਂ। ਪਿਛਲੇ ਦੀਵਾਨਾਂ ਦੌਰਾਨ ਚੱਲਦੇ ਲੜੀਵਾਰ ਪ੍ਰਸੰਗ ਵਿੱਚ ਆਪ ਜੀ ਨੇ ਇੱਥੋਂ ਤੱਕ ਵਿਚਾਰਾਂ ਸਰਵਣ ਕੀਤੀਆਂ ਨੇ ਕਿ ਜਿਸ ਵੇਲੇ ਈਰਾਨ ਵਾਲੇ ਪਾਸੇ ਤੋਂ ਵਿਹਲਾ ਹੁੰਦਾ ਹੋਇਆ ਨਾਦਰ ਸ਼ਾਹ ਭਾਰਤ ਵੱਲ ਆਇਆ, ਲਾਹੌਰ ਤੋਂ ਲੈ ਕੇ ਦਿੱਲੀ ਤੱਕ ਉਹਨੇ ਰੱਜ ਕੇ ਲੁੱਟ ਕੀਤੀ। ਮੁਹੰਮਦ ਸ਼ਾਹ ਰੰਗੀਲੇ ਦੀਆਂ ਵੱਡੀ ਗਿਣਤੀ ਵਿੱਚ ਫੌਜਾਂ ਨੂੰ ਮਲੀਆ ਮੇਟ ਕਰ ਦਿੱਤਾ। ਲੰਮਾ ਸਮਾਂ ਦਿੱਲੀ ਰਹਿ ਕੇ ਚੰਗੀ ਤਰ੍ਹਾਂ ਲੁੱਟ ਕਰਕੇ ਖਜ਼ਾਨਿਆਂ ਦਾ ਸਫਾਇਆ ਕਰਕੇ ਮਹਿੰਗੇ ਕੀਮਤੀ ਹੀਰੇ ਜਵਾਹਰਾਤ ਕੋਹੇ ਨੂਰ ਤਖਤੇ ਤਾਊਸ ਤੇ ਹੋਰ ਬੇਸ਼ੁਮਾਰ ਦੌਲਤ ਲੈ ਕੇ ਜਦੋਂ ਦਿੱਲੀ ਤੋਂ ਨਾਦਰ ਸ਼ਾਹ ਆਪਣੀਆਂ ਫੌਜਾਂ ਸਮੇਤ ਖਜ਼ਾਨਿਆਂ ਨੂੰ ਗੱਡਿਆਂ 'ਤੇ ਭਰ ਕੇ ਦੁਬਾਰਾ ਵਾਪਸ ਮੁੜਦਾ ਹੈ ਤੇ ਕਰਨਾਲ ਤੋਂ ਹੀ ਗੁਰੂ ਕੇ ਪਿਆਰੇ ਸਿੰਘ ਟੱਕਰੇ ਤੇ ਲਾਹੌਰ ਤੱਕ ਪਹੁੰਚਣ ਤੱਕ ਗੁਰੂ ਕੇ ਪਿਆਰੇ ਸਿੱਖਾਂ ਨੇ ਨਾਦਰ ਸ਼ਾਹ ਨੂੰ ਚੰਗੀ ਤਰ੍ਹਾਂ ਲੁੱਟਿਆ। ਉਹਦੇ ਖਜ਼ਾਨੇ ਦੀ ਬੇਸ਼ੁਮਾਰ ਲੁੱਟ ਤੋਂ ਬਾਅਦ ਜਦੋਂ ਸਿੰਘਾਂ ਨੂੰ ਪਤਾ ਚੱਲਿਆ ਕਿ ਨਾਦਰ ਸ਼ਾਹ ਬਹੁਤ ਵੱਡੀ ਗਿਣਤੀ ਵਿੱਚੋਂ ਭਾਰਤ ਦੀਆਂ ਨੌਜਵਾਨ ਲੜਕੀਆਂ ਨੂੰ ਤੇ ਹੋਰ ਕਈ ਲੜਕਿਆਂ ਨੂੰ, ਕਈ ਕਾਰੀਗਰਾਂ ਨੂੰ, ਬਹੁਤ ਜਾਣਿਆਂ ਨੂੰ ਗੁਲਾਮ ਬਣਾ ਕੇ ਲੈ ਕੇ ਜਾ ਰਿਹਾ, ਸਿੰਘਾਂ ਨੇ ਗੁਲਾਮ ਬਣਾਈਆਂ ਹੋਈਆਂ ਭਾਰਤ ਦੀਆਂ ਬਹੁ ਬੇਟੀਆਂ, ਨੌਜਵਾਨ ਬੱਚੀਆਂ ਨੂੰ ਆਜ਼ਾਦ ਕਰਵਾਇਆ ਤੇ ਘਰੋਂ ਘਰੀ ਪਹੁੰਚਾਇਆ। ਨਾਦਰ ਸ਼ਾਹ ਜਿਹੜਾ ਬਹੁਤ ਵੱਡੇ ਹੌਸਲੇ ਦੇ ਨਾਲ ਦਿੱਲੀ ਤੱਕ ਮਾਰੋ ਮਾਰ ਕਰਦਾ ਹੋਇਆ, ਵੱਡੀ ਲੁੱਟ ਕਰਦਾ ਹੋਇਆ ਵਾਪਸ ਮੁੜਿਆ ਸੀ। ਜਦੋਂ ਗੁਰੂ ਕੇ ਸਿੰਘਾਂ ਹੱਥੋਂ ਲੁੱਟਿਆ ਗਿਆ, ਬਹੁਤ ਪਰੇਸ਼ਾਨ ਹੋਇਆ, ਅੱਕ ਗਿਆ, ਤੰਗ ਆ ਗਿਆ। ਵਾਪਸੀ ਤੇ ਲਾਹੌਰ ਪਹੁੰਚਦੀ ਸਾਰ ਜਦੋਂ ਜ਼ਕਰੀਆ ਖਾਨ ਨੂੰ ਮਿਲਿਆ ਤੇ ਆਉਂਦਿਆਂ ਹੀ ਖਿਜੇ ਹੋਏ ਨੇ ਆਖਿਆ ਕਿ ਸਭ ਤੋਂ ਪਹਿਲਾਂ ਮੈਨੂੰ ਉਹਨਾਂ ਬਾਰੇ ਦੱਸ ਜਿਨ੍ਹਾਂ ਮੈਨੂੰ ਲੁੱਟ ਲਿਆ। ਮੈਂ ਭਾਰਤ ਲੁੱਟਣ ਆਇਆ ਸੀ, ਰੱਜ ਕੇ ਲੁੱਟ ਕੀਤੀ, ਪਰ ਮੁੜਦੇ ਨੂੰ ਮੈਨੂੰ ਲੁੱਟ ਲਿਆ। ਇਹਦਾ ਮਤਲਬ ਹੈ ਮੇਰੇ ਨਾਲੋਂ ਵੀ ਕੋਈ ਵੱਡੀ ਤਾਕਤਵਰ ਧਿਰ ਹੈ। ਦੱਸ ਮੈਨੂੰ ਇਹ ਕੌਣ ਹੈ, ਕਿੱਥੇ ਰਹਿੰਦੇ ਹੈ, ਇਹ ਕੀ ਖਾਂਦੇ ਹੈ, ਕੀ ਪਹਿਨਦੇ, ਇਹਨਾਂ ਦਾ ਕੀ ਮੁਲਕ ਹੈ, ਕਿਹੜਾ ਮੁਲਕ ਹੈ, ਤੇ ਇਹਨਾਂ ਦਾ ਜੀਵਨ ਜਿਉਣ ਦਾ ਢੰਗ ਕਿਵੇਂ ਦਾ। ਤੇ ਇਹੋ ਜਿਹੇ ਸਵਾਲ ਜਦੋਂ ਖਿਜੇ ਹੋਏ ਨਾਦਰ ਸ਼ਾਹ ਨੇ ਕੀਤੇ ਤੇ ਜ਼ਕਰੀਆ ਖਾਨ ਨੇ ਜੋ ਜਵਾਬ ਦਿੱਤੇ ਹੈ, ਉਹ ਸਿੱਖਾਂ ਦੀ ਬਹਾਦਰੀ ਉਹਦੀ ਜ਼ੁਬਾਨੋਂ ਖੁਦ ਬਖੁਦ ਝਲਕਦੀ ਸੀ। ਤੇ ਹੋਰ ਨਾਦਰ ਸ਼ਾਹ ਦੇ ਪੁੱਛਣ ਤੇ ਜਿਵੇਂ ਜਿਵੇਂ ਸਿੱਖਾਂ ਦੇ ਜੀਵਨ ਬਾਰੇ ਜ਼ਕਰੀਆ ਖਾਨ ਬਿਆਨ ਕਰਦਾ ਹੈ ਤੇ ਬਦਲੇ ਵਿੱਚ ਨਾਦਰ ਸ਼ਾਹ ਫਿਰ ਮੁੜਦਿਆਂ ਹੋਇਆਂ ਜੋ ਚੇਤਾਵਨੀ ਦੇ ਕੇ ਇਸ ਜ਼ਕਰੀਆ ਖਾਨ ਨੂੰ ਦੇ ਕੇ ਗਿਆ, ਉਹ ਅੱਜ ਦੇ ਪ੍ਰਸੰਗ ਵਿੱਚ ਵਿਚਾਰਾਂ ਆਪ ਨਾਲ ਸਾਂਝੀਆਂ ਕਰਨੀਆਂ ਨੇ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਗੁਰੂ ਪਾਤਸ਼ਾਹ ਜੀ ਦੇ ਦਰ ਘਰ ਦੀ ਮਰਿਆਦਾ ਨਿਭਾਉਂਦੇ ਹਾਂ। ਰਲ ਮਿਲ ਗੁਰੂ ਫਤਿਹ ਨਾਲ ਸਾਂਝ ਬਣਾਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। दोहरा रहे चाउन मरण को तीन मजब के
ਗੱਲ ਦੇ ਪ੍ਰਸੰਗ ਵਿੱਚ ਤੁਸੀਂ ਸਰਵਣ ਕੀਤਾ ਸੀ, ਜਦੋਂ ਨਾਦਰ ਸ਼ਾਹ ਕਹਿੰਦਾ ਸੀ ਕਿ ਮੈਨੂੰ ਇੱਕ ਵਾਰ ਦੱਸ ਇਹ ਕੌਣ ਹੈ, ਹਮ ਕੋ ਲੁੱਟਣਦਾਰ ਬਤਾਏ, ਮੈਨੂੰ ਦੱਸ ਜਿਨ੍ਹਾਂ ਮੈਨੂੰ ਲੁੱਟਿਆ, ਇਹਨਾਂ ਦਾ ਥੋਂ ਪਤਾ ਦੱਸ, ਇਹ ਕਿੱਥੇ ਰਹਿੰਦੇ ਹੈ, ਕਿੱਥੋਂ ਦੇ ਵਸਨੀਕ ਹੈ ਤੇ ਕੌਣ ਹੈ। ਹਾਲੇ ਉਹ ਸਿੱਖਾਂ ਬਾਰੇ ਜਾਣਦਾ ਨਹੀਂ ਸੀ। ਜ਼ਕਰੀਆ ਖਾਨ ਨੇ ਫਿਰ ਚੰਗੀ ਤਰ੍ਹਾਂ ਤਾਰਫ ਕਰਾਇਆ। ਉਹਨੇ ਆਖਿਆ ਕਿ ਉਹ ਹੈ ਜਿਨ੍ਹਾਂ ਦੇ ਮੁਲਕ ਦੀ ਨਿਸ਼ਾਨੀ ਕੋਈ ਨਹੀਂ, ਤੂੰ ਕਹਿੰਦਾ ਇਹਨਾਂ ਦਾ ਮੁਲਕ ਤਬਾਹ ਕਰਨਾ, ਇਹਨਾਂ ਦੇ ਮੁਲਕ ਦੀ ਨਿਸ਼ਾਨੀ ਕੋਈ ਨਹੀਂ ਹੈ, ਇਹ ਇੱਕ ਥਾਂ ਟੇਕੇ ਨਹੀਂ ਬਹਿੰਦੇ, ਤੂੰ ਕਹਿੰਦਾ ਇਹਨਾਂ ਦੇ ਘਰ ਘਾਟ ਟੱਗਾਂ ਲਾ ਦਾਂਗਾ, ਸਾੜ ਦਾਂਗਾ, ਤਬਾਹ ਕਰ ਦਾਂਗਾ, ਸਵਾਹ ਵਿੱਚ ਮਿਲਾ ਦੇਵਾਂਗਾ। ਉਹਨੇ ਆਖਿਆ ਸੀ, ਭਾਈ ਸਾਹਿਬ ਨੇ ਪਿਛਲੀ ਚੌਪਈ ਵਿੱਚ ਲਿਖਿਆ ਸੀ, ਮੁਲਕ ਉਸੇ ਕੀ ਉਡਾ ਦਿਓ ਸਵਾਹੇ, ਮੈਂ ਸਵਾਹ ਉਡਾ ਦਾਂਗਾ ਉਹਦੇ ਮੁਲਕ ਦੀ, ਮੈਂ ਉਜਾੜ ਕੇ ਰੱਖ ਦਾਂਗਾ, ਅੱਗਾਂ ਲਾ ਦਾਂਗਾ। ਜ਼ਕਰੀਆ ਖਾਨ ਕਹਿੰਦਾ ਹੈ, ਜਿਨ੍ਹਾਂ ਦੇ ਘਰ ਘਾਟ ਤਬਾਹ ਕਰਨ ਤੇ ਅੱਗਾਂ ਲਾਉਣ ਦੀ ਤੂੰ ਸੋਚਦਾ ਹੈ, ਮੈਂ ਬਹੁਤ ਲੰਮਾ ਸਮਾਂ ਪਹਿਲਾਂ ਹੀ ਕੁਝ ਕਰਕੇ ਵੇਖ ਲਿਆ। ਫਿਰ ਉਹਦੀ ਉਤਸੁਕਤਾ ਵੱਧਦੀ ਜਾਂਦੀ ਹੈ। ਨਾਦਰ ਸ਼ਾਹ ਫਿਰ ਪੁੱਛਦਾ ਹੈ, ਦੱਸ ਭਲਾ ਇਹ ਫਿਰ ਰਹਿੰਦੇ ਕਿੱਥੇ, ਸੌਂਦੇ ਕਿੱਥੇ ਹੈ ਤੇ ਖਾਂਦੇ ਕੀ ਹੈ। ਤਾਂ ਆਖਿਆ ਸੀ, ਤਬ ਖਾਨੂ ਨੇ ਐਸ ਬਖਾਨੀ ਮੁਲਕ ਉਸੇ ਕੋ ਨਾਹੀ ਨਿਸ਼ਾਨੀ, ਉਹਨਾਂ ਦੀ ਮੁਲਕ ਦੀ ਨਿਸ਼ਾਨੀ ਕੋਈ ਨਹੀਂ, ਖੜੇ ਸੋਵੇਂ ਚਲਤੇ ਖਾਹੇ, ਨਾ ਬੈਠਤ ਵੈ ਕਿਤੇ ਕਿ ਗਿਰਾਏ, ਖੜੇ ਖੜੇ ਸੌਂ ਜਾਂਦੇ ਹੈ ਝੱਟ, ਕਿਸੇ ਦਰਖਤ ਨਾਲ ਢਾਸ ਲਾ ਕੇ ਜਾਂ ਇਸ ਤਰ੍ਹਾਂ ਥੋੜ੍ਹੀ ਬਹੁਤੀ ਨੀਂਦ ਕੱਢ ਲੈਂਦੇ ਹੈ ਤੇ ਚਲਤ ਹੀ ਖਾਏ, ਚਲਦਿਆਂ ਹੀ ਛੋਲਿਆਂ ਦੀ ਮੁੱਠ ਫੱਕਾ ਮਾਰ ਲੈਂਦੇ ਹੈ, ਇੱਦਾਂ ਦਾ ਇਹਨਾਂ ਦਾ ਖਾਣਾ ਹੈ। ਤੇ ਅੱਗੇ ਆਖਿਆ, ਬੈਠਤ ਨਾ ਹੀ ਕਿਤ ਕੇ ਗਿਰਾਏ, ਮੈਂ ਇਹਨਾਂ ਨੂੰ ਪੱਕੇ ਡੇਰੇ ਲਾਈ ਬੈਠਾ ਕਿਤੇ ਨਹੀਂ ਵੇਖਿਆ, ਸਗੋਂ ਮੈਨੂੰ ਸੂਹ ਮਿਲਦੀ ਹੈ, ਮੇਰੀਆਂ ਫੌਜਾਂ ਭੱਜ ਕੇ ਪਹੁੰਚਦੀਆਂ ਹੈ, ਖੌਰੇ ਕਿੱਥੇ ਰਫੂ ਚੱਕਰ ਹੋ ਜਾਂਦੇ ਹੈ। ਤੇ ਅਗਲੀ ਗੱਲ ਆਖੀ, ਇਹਨਾਂ ਦੀ ਖੁਰਾਕ ਕਿਵੇਂ ਦੀ ਹੈ, ਮੇਰੇ ਏਡੇ ਏਡੇ ਬਲਵਾਨ ਜਰਨੈਲਾਂ ਨੂੰ ਇਹਨਾਂ ਭਾਜੜ ਪਵਾ ਛੱਡੀ ਤੇ ਫਿਰ ਵੀ ਹੱਥ ਨਾ ਆਏ, ਤੇ ਖੁਰਾਕਾਂ ਮੇਰਿਆਂ ਨਾਲੋਂ ਵੀ ਵਧੀਆ ਹੋਣਗੀਆਂ। ਆਖਿਆ, ਨੂਨ ਘਿਰਤ ਕੋ ਸਵਾਦ ਨਾ ਜਾਣੇ, ਹਮ ਦੁੱਖ ਦੇ ਵੈ ਸੁੱਖ ਮਾਨੇ, ਇਹ ਤਾਂ ਲੂਣ ਘਿਓ ਦਾ ਸਵਾਦ ਵੀ ਨਹੀਂ ਜਾਣਦੇ। ਜਾਣੀ ਕਿ ਇਹੋ ਜਿਹੇ ਇਹਨਾਂ ਦੇ ਖਾਣੇ ਹੈ, ਇਹਨਾਂ ਨੂੰ ਤਾਂ ਕਈ ਵਾਰ ਲੂਣ ਵੀ ਨਸੀਬ ਨਹੀਂ ਹੁੰਦਾ, ਘਿਓ ਵੀ ਖਾਧਿਆਂ ਨੂੰ ਖੌਰੇ ਕਿੰਨਾ ਚਿਰ ਹੋ ਗਿਆ ਹੋਏਗਾ। ਜੰਗਲੀ ਵੱਸਦੇ ਹੈ, ਇਹ ਤਾਂ ਘਾਹ ਪੱਤੇ ਖਾ ਕੇ ਵੀ ਗੁਜ਼ਾਰਾ ਕਰ ਲੈਂਦੇ ਹੈ, ਕੰਦ ਮੂਲ ਵੀ ਇਹਨਾਂ ਦੀ ਖੁਰਾਕ ਹੁੰਦੀ ਹੈ ਬਹੁਤ ਵਾਰ। ਹਮ ਦੁੱਖ ਦੇ ਵੈ ਸੁੱਖ ਮਾਨੇ, ਅਸੀਂ ਦੁੱਖ ਦਿੰਦੇ ਹਾਂ, ਇਹ ਸੁੱਖ ਮੰਨਦੇ ਹੈ। ਤੇ ਇੱਦਾਂ ਜਦੋਂ ਦੱਸਦਾ ਗਿਆ ਨਾਦਰ ਸ਼ਾਹ ਨੂੰ ਜ਼ਕਰੀਆ ਖਾਨ, ਤੇ ਆਖਿਆ ਇਹਨਾਂ ਨੂੰ ਖਤਮ ਕਰ ਦੇਣਾ ਚਾਹੀਦਾ ਹੈ, ਇਹ ਮੌਤ ਤੋਂ ਵੀ ਨਹੀਂ ਡਰਦੇ। ਤੇ ਜ਼ਕਰੀਆ ਖਾਨ ਹੱਸ ਕੇ ਕਹਿੰਦਾ, ਖਤਮ ਕਰਨਾ, ਮੌਤ ਦਾ ਡਰ ਦੇਣਾ, ਭੈ ਦੇਣਾ ਕੀ। ਆਖਿਆ, ਰਹਿ ਚਾਉ ਨ ਮਰਨ ਕੋ, ਦੀਨ ਮਜ਼ਹਬ ਕਹਿ ਭਾਏ, ਦੀਨ ਖਾਤਰ, ਮਜ਼ਹਬ ਖਾਤਰ, ਧਰਮ ਦੇ ਲਈ, ਇਨਸਾਨੀਅਤ ਦੇ ਵਾਸਤੇ ਇਹ ਆਪਣਾ ਆਪ ਕੁਰਬਾਨ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ। ਇਹ ਮੌਤ ਤੋਂ ਡਰਦੇ ਨਹੀਂ, ਸਗੋਂ ਮੌਤ ਨੂੰ ਮਖੌਲਾਂ ਕਰਦੇ ਹੈ। ਹਮ ਮਾਰ ਤੁਨ ਥੱਕ ਗਏ, ਉਹ ਇਹ ਘਟਤ ਨਾ ਕਿਤ ਹੁੰਦਾ ਏ, ਕਿਸੇ ਦਾ ਨਾਲ ਕਿਸੇ ਢੰਗ ਨਾਲ ਇਹ ਘਟਦੇ ਨਹੀਂ। ਅਸੀਂ ਮਾਰ ਥੱਕ ਗਏ, ਇਹ ਆਪਣਿਆਂ ਦੀਆਂ ਸ਼ਹੀਦੀਆਂ ਨੂੰ ਅੱਖੀਂ ਵੇਖ ਕੇ ਵੀ ਡਰਦੇ ਨਹੀਂ। ਮੈਂ ਲਾਹੌਰ ਦੇ ਦਰਵਾਜ਼ਿਆਂ 'ਤੇ ਇਹਨਾਂ ਦੇ ਭਰਾਵਾਂ ਨੂੰ, ਇਹਨਾਂ ਦੇ ਬਜ਼ੁਰਗਾਂ ਨੂੰ ਟੋਟੇ ਕਰ ਕਰਕੇ ਟੰਗ ਦਿੱਤਾ, ਮੈਂ ਉਹਨਾਂ ਦੇ ਸਿਰਾਂ ਦੇ ਮੀਨਾਰ ਤੱਕ ਚੁਣ ਦਿੱਤੇ, ਸਿਰਾਂ ਦੀਆਂ ਮੰਡੀਆਂ ਵੀ ਲਾ ਛੱਡੀਆਂ, ਸਿਰਾਂ ਦੇ ਮੁੱਲ ਵੀ ਪਾ ਦਿੱਤੇ। ਇਹ ਡਰਦੇ ਹੀ ਕੋਈ ਨਹੀਂ। ਮੈਂ ਇਹਨਾਂ ਨੂੰ ਜਿੰਨਾ ਕਸ਼ਟ ਦਿੱਤਾ, ਜਿੰਨੀ ਇਹਨਾਂ ਨੂੰ ਮੈਂ ਭਿਆਨਕ ਤੋਂ ਭਿਆਨਕ ਮੌਤ ਦੇ ਕੇ ਵੇਖ ਲਿਆ, ਪਰ ਘਟਤ ਨਾ ਕਿਤ ਹੁੰਦਾ ਏ, ਕਿਸੇ ਤਰ੍ਹਾਂ ਵੀ ਇਹ ਘਟਦੇ ਨਹੀਂ, ਸਗੋਂ ਦੂਣੀ ਚੌਣੀ ਰਫਤਾਰ ਦੇ ਨਾਲ ਵਧਦੇ ਹਨ ਜੀ। ਫਿਰ ਨਾਦਰ ਖਾਨ ਨੂੰ ਪੁੱਛਿਓ, ਵੈ ਉਮਤ ਕਹਿ ਪੀਰ, ਕਹਿ ਆਪੀ ਜੀਵਤ ਤੌਬੈ ਹੋਏ ਤਕੀਰ। ਨਾਦਰ ਸ਼ਾਹ ਹੈਰਾਨ ਹੋਇਆ ਕਿ ਐਸੀ ਵੀ ਕੋਈ ਕੌਮ ਹੈ, ਤੇ ਹੈਰਾਨ ਹੋਏ ਨੇ। ਫਿਰ ਜ਼ਕਰੀਆ ਖਾਨ ਨੂੰ ਅਗਲਾ ਸਵਾਲ ਪੁੱਛਿਆ। ਪਹਿਲਾਂ ਪੁੱਛਿਆ ਸੀ ਕਿੱਥੇ ਰਹਿੰਦੇ, ਕੀ ਖਾਂਦੇ, ਕੀ ਪਹਿਨਦੇ, ਕਿਹੜਾ ਮੁਲਕ ਇਹਨਾਂ ਦਾ। ਫਿਰ ਅਗਲਾ ਸਵਾਲ ਪੁੱਛਿਆ, ਜਦੋਂ ਤਸੱਲੀ ਕਰਵਾ ਦਿੱਤੀ, ਜਵਾਬ ਨੇ ਜ਼ਕਰੀਆ ਖਾਨ ਦੇ ਨੇ। ਫਿਰ ਨਾਦਰ ਖਾਨ ਨੂੰ ਪੁੱਛਿਓ, ਫਿਰ ਨਾਦਰ ਸ਼ਾਹ ਨੇ ਜ਼ਕਰੀਆ ਖਾਨ ਨੂੰ ਪੁੱਛਿਆ, ਵੈ ਉਮਤ ਕਿਹ ਪੀਰ, ਇਹ ਕਿਸ ਪੀਰ ਦੇ ਪੈਰੋਕਾਰ ਹੈ। ਇਹ
ਜਿਨ੍ਹਾਂ ਦਾ ਜ਼ਿਕਰ ਤੂੰ ਕੀਤਾ ਹੈ ਇਹ ਕਿਹਦੇ ਪੈਰੋਕਾਰ ਹੈ, ਇਹਨਾਂ ਦਾ ਪੀਰ ਕੌਣ ਹੈ, ਇਹ ਕਿਹਨਾਂ ਦੀ ਉਮਤ ਹੈ, ਇਹਦੇ ਬਾਰੇ ਮੈਨੂੰ ਦੱਸ। ਤੇ ਫਿਰ ਅਗਲੀ ਗੱਲ ਵੀ ਕਹੀ, ਕਹਿੰਦੇ ਕਿ ਵੈ ਆਪੇ ਤੇ ਵਧੈ, ਕਿ ਆਪੇ ਹੀ ਵੱਧ ਗਏ, ਇਹਨਾਂ ਦਾ ਕੋਈ ਪੀਰ ਨਹੀਂ ਹੈ ਜਾਂ ਇਹਨਾਂ ਦੇ ਐਸੀ ਬਖਸ਼ਿਸ਼ ਕਰਨ ਵਾਲਾ ਹੋਰ ਕੋਈ ਨਹੀਂ ਹੈ, ਇਹ ਕਿਸੇ ਦੇ ਪੈਰੋਕਾਰ ਨਹੀਂ ਹੈ, ਜਾਂ ਫਿਰ ਤੇ ਵੈ ਹੋਏ ਤਗੀਰ, ਜਾਂ ਕਿਸੇ ਹੋਰ ਧਰਮ ਵਿੱਚੋਂ ਆਏ ਹੋਏ ਨੇ, ਹੋਰ ਧਰਮ ਤੋਂ ਤਬਦੀਲ ਹੋ ਕੇ ਇੱਧਰ ਆ ਗਏ। ਇਹਨਾਂ ਬਾਰੇ ਥੋੜ੍ਹਾ ਜਿਹਾ ਵਿਸਥਾਰ ਨਾਲ ਦੱਸ, ਇਹ ਕਿਸ ਦੇ ਪੈਰੋਕਾਰ, ਕਿਸ ਦੇ ਸ਼ਰਧਾਲੂ ਹਨ ਜੀ। ਸਭ ਖਾਨੂ ਨੇ ਸਭ ਕਹਿਓ, ਗੁਰੂ ਨਾਨਕ ਕੋ ਪ੍ਰਕਾਸ਼, ਕਰਾਮਾਦ ਪੀ ਬੋਕਹੀ ਜਨਮ ਸੋ ਸਾਖੀ ਭਾਗ। ਤੇ ਕਹਿੰਦੇ ਫਿਰ ਜ਼ਕਰੀਆ ਖਾਨ ਨੇ ਜਵਾਬ ਦਿੱਤਾ, ਜਦੋਂ ਨਾਦਰ ਸ਼ਾਹ ਨੇ ਪੁੱਛਿਆ ਇਹ ਕਿਹਦੇ ਪੈਰੋਕਾਰ, ਇਹਨਾਂ ਦਾ ਕੋਈ ਪੀਰ ਹੈ, ਵਲੀ ਹੈ, ਇਹ ਕਿਸ ਨੂੰ ਮੰਨਦੇ ਹੈ, ਕਿਸ ਤੇ ਇਹ ਸ਼ਰਧਾ ਟੁੱਟ ਵਿਸ਼ਵਾਸ ਭਰੋਸਾ ਰੱਖਦੇ ਹੈ, ਧਾਰਮਿਕ ਅਕੀਦਾ ਇਹਨਾਂ ਦਾ ਕਿਵੇਂ ਦਾ ਹੈ। ਤੇ ਕਹਿੰਦੇ ਫਿਰ ਜਵਾਬ ਦਿੱਤਾ ਜ਼ਕਰੀਆ ਖਾਨ ਨੇ, ਤਬ ਖਾਨੂ ਨੇ ਸਭ ਕਹਿਓ, ਫਿਰ ਇਸ ਤਰ੍ਹਾਂ ਕਿਹਾ, ਆਖਿਆ ਗੁਰੂ ਨਾਨਕ ਕੋ ਪ੍ਰਕਾਸ਼। ਇਸ ਪੰਜਾਬ ਦੀ ਧਰਤੀ ਤੇ ਇਹਨਾਂ ਦੇ ਇੱਕ ਪੀਰ ਦਾ, ਗੁਰੂ ਦਾ ਪ੍ਰਕਾਸ਼ ਹੋਇਆ, ਜਿਹਨੂੰ ਇਹ ਗੁਰੂ ਨਾਨਕ ਸੱਦਦੇ ਹੈ, ਇਹ ਉਹਨਾਂ ਦੇ ਪੈਰੋਕਾਰ ਹੈ, ਇਹ ਉਹਨਾਂ ਦੇ ਸਿੱਖ ਹੈ। ਕਰਾਮਾਤ ਵੀ ਬਹੁ ਕਰੀ ਜਨਮ ਸੁਸਾਖੀ ਭਾਖ, ਉਹਨਾਂ ਦੇ ਜੀਵਨ ਦੀਆਂ ਵੀ ਬੜੀਆਂ ਮਹਾਨ ਗਾਥਾਵਾਂ, ਬੜੇ ਮਹਾਨ ਕੌਤਕ ਹੈ, ਕਿਵੇਂ ਉਹਨਾਂ ਨੇ ਤਪਦੀ ਹੋਈ ਲੁਕਾਈ ਨੂੰ ਸਿੱਧੇ ਰਾਹੇ ਪਾਉਣ ਵਾਸਤੇ ਉਚੇਚੇ ਯਤਨ ਕੀਤੇ। ਤੇ ਇਹ ਉਹਨਾਂ ਦੇ ਹੀ ਸਿੱਖ ਨੇ, ਇਹ ਉਹਨਾਂ ਦੇ ਹੀ ਪੈਰੋਕਾਰ ਹੈ, ਜਿਨ੍ਹਾਂ ਦੀ ਬਖਸ਼ਿਸ਼ ਨਾਲ, ਜਿਨ੍ਹਾਂ ਦੀ ਬਦੌਲਤ ਦੇ ਨਾਲ ਉਹ ਇਸ ਖਿੱਤੇ ਤੇ ਇਸ ਧਰਤੀ ਤੇ ਰਾਜ ਕਰਦੇ ਹਨ ਜੀ। ਜੋ ਪਈ ਜਿਵੇਂ ਉਹਨਾਂ ਨਾਨਕ ਸੰਗਤ ਮਾਰੀ, ਜਿਵੇਂ ਉਹਨਾਂ ਸੋ ਕਰੀ ਖੁਆਰੀ। ਫਿਰ ਜ਼ਕਰੀਆ ਖਾਨ ਨੇ ਇਤਿਹਾਸ ਦੱਸਿਆ, ਆਖਿਆ ਜਦੋਂ ਨਾਦਰ ਸ਼ਾਹ ਨੇ ਆਖਿਆ ਨਾ ਮੈਨੂੰ ਚੰਗੀ ਤਰ੍ਹਾਂ ਦੱਸ, ਇਹਨਾਂ ਦਾ ਕੋਈ ਗੁਰੂ ਪੀਰ ਹੈ, ਕਿਹਦੇ ਸ਼ਰਧਾਲੂ ਹੈ, ਕੌਣ ਹੁੰਦੇ ਹੈ ਸਿੱਖ, ਫਿਰ ਦੱਸਿਆ ਗੁਰੂ ਨਾਨਕ ਸਾਹਿਬ ਤੋਂ ਇਹਨਾਂ ਦੀ ਗੱਲ ਤੁਰੀ ਹੈ, ਇਹਨਾਂ ਦਾ ਧਰਮ ਉੱਥੋਂ ਤੁਰਿਆ ਹੈ, ਇਹ ਉਹਨਾਂ ਦੇ ਸਿੱਖ ਹੈ। ਤੇ ਹੋਰ ਵਿਸਥਾਰ ਮੰਗਿਆ ਤੇ ਜਵਾਬ ਦਿੱਤਾ, ਆਖਿਆ ਜਿਮ ਓਨ ਨਾਨਕ ਸੰਗਤ ਮਾਰੀ, ਜਿਮ ਜਿਮ ਉਸ ਕੋ ਕਰੀ ਖੁਆਰੀ। ਫਿਰ ਪਿੱਛੇ ਤੋਂ ਜਿੰਨਾ ਕਿ ਇਤਿਹਾਸ ਜ਼ਕਰੀਆ ਖਾਨ ਸਿੱਖਾਂ ਦਾ ਜਾਣਦਾ ਸੀ, ਤੇ ਕਿਵੇਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਸਦਕਾ, ਉਹਨਾਂ ਦੀ ਬਾਣੀ ਦੇ ਨਾਲ, ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲ ਕੇ ਗੁਰੂ ਕੇ ਸਿੱਖਾਂ ਨੇ ਐਸਾ ਜੀਵਨ ਬਣਾਇਆ, ਸੱਚ ਦੇ ਪਾਂਧੀ ਬਣੇ। ਪਰ ਸਮੇਂ-ਸਮੇਂ ਤੇ ਕਿਵੇਂ ਸਮੇਂ ਦੇ ਹਾਕਮਾਂ ਨੇ, ਹੁਕਮਰਾਨਾਂ ਨੇ ਸੱਚ ਨੂੰ ਦਬਾਉਣ ਲਈ, ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਖਤਮ ਕਰਨ ਲਈ ਯਤਨ ਕੀਤੇ, ਸਿੱਖਾਂ ਤੇ ਕਈ ਤਰ੍ਹਾਂ ਦੇ ਤਸ਼ੱਦਦ ਕੀਤੇ, ਗੁਰੂ ਸਾਹਿਬਾਨਾਂ ਨੂੰ ਸ਼ਹੀਦ ਕੀਤਾ। ਜਿਵੇਂ ਗੁਰੂ ਸਾਹਿਬਾਨਾਂ ਨੂੰ ਸਮੇਂ-ਸਮੇਂ ਤੇ ਵੇਲੇ ਦੇ ਜ਼ਾਲਮ ਹਾਕਮਾਂ ਦੇ ਨਾਲ ਸੰਘਰਸ਼ ਕਰਨਾ ਪਿਆ, ਜ਼ਕਰੀਆ ਖਾਨ ਨੇ ਨਾਦਰ ਸ਼ਾਹ ਨੂੰ ਦੱਸਿਆ ਹੈ ਜੀ। ਜਿਮ ਜਿਮ ਲੀਨੀ ਕਰਾ ਸੁਮਾਤਾ, ਜਿਮ ਸਤਿਗੁਰ ਸੋ ਕੀਨੇ ਘਾਤ। ਜਿਵੇਂ ਜਿਵੇਂ ਗੁਰੂ ਪਾਤਸ਼ਾਹ ਜੀ ਦੀ ਇਸ ਧਰਤੀ ਤੇ ਬਖਸ਼ਿਸ਼ ਹੋਈ ਲੋਕਾਂ ਦੇ ਉੱਤੇ, ਜਿਵੇਂ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਹਜ਼ੂਰ ਪਾਤਸ਼ਾਹ ਨੇ ਇੱਥੇ ਡੁੱਬਦਿਆਂ ਕੁਰਲਾਉਂਦਿਆਂ ਗਰਕ ਹੋ ਰਹੇ ਜੀਵਨਾਂ ਨੂੰ ਭਲੇ ਪਾਸੇ ਪ੍ਰੇਰਿਆ, ਉਹਨਾਂ ਦੇ ਕੌਤਕਾਂ ਬਾਰੇ ਦੱਸਿਆ। ਤੇ ਅਗਲੀ ਗੱਲ ਇਹ ਵੀ ਉਹਨੇ ਦੱਸੀ ਹੈ ਕਿ ਜਿਮ ਸਤਿਗੁਰ ਸੋ ਕੀਨੋ ਘਾਤ, ਕਿਵੇਂ ਇੱਥੇ ਮੁਗਲੀਆ ਸਲਤਨਤ ਦੇ ਬਾਦਸ਼ਾਹਾਂ ਨੇ ਇਸ ਸੱਚ ਦੀ ਆਵਾਜ਼ ਨੂੰ ਦਫਨ ਕਰਨ ਵਾਸਤੇ 5ਵੇਂ ਪਾਤਸ਼ਾਹ ਨੂੰ ਤੱਤੀ ਤਵੀ ਤੇ ਬਿਠਾਇਆ, 9ਵੇਂ ਪਾਤਸ਼ਾਹ ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸ਼ਹੀਦ ਕੀਤਾ। ਜਿਵੇਂ ਜਿਵੇਂ ਸਤਿਗੁਰਾਂ ਨੂੰ ਘਾਤ ਕੀਤਾ, ਨਾਦਰ ਸ਼ਾਹ ਨੂੰ ਜ਼ਕਰੀਆ ਖਾਨ ਨੇ ਇਹ ਗੱਲ ਵੀ ਦੱਸੀ ਹੈ ਜੀ। ਕੁਝ ਨਾਦਰ ਸਭ ਸੁਨ ਲਇਓ, ਸਭੋ ਭੇਦ ਤਬ ਖਾਨੂ ਦਇਓ। ਵਾਰ-ਵਾਰ ਨਾਦਰ ਸ਼ਾਹ ਪੁੱਛਦਾ ਹੈ ਤੇ ਹਰ ਇੱਕ ਸਿੱਖਾਂ ਦਾ ਭੇਤ ਲੈ ਰਿਹਾ। ਆਇਆ ਤਾਂ ਜਦੋਂ ਲਾਹੌਰ ਸੀ, ਬੜਾ ਖਿੜਿਆ ਹੋਇਆ ਸੀ, ਆਖਿਆ ਉਜਾੜ ਕੇ ਰੱਖ ਦਾਂਗਾ, ਤਬਾਹ ਕਰ ਦਾਂਗਾ ਇਹਨਾਂ ਨੂੰ, ਮੈਂ ਸਵਾਹ ਬਣਾ ਦੇਵਾਂਗਾ। ਮੈਨੂੰ ਦੱਸ, ਮੈਨੂੰ ਕਿਹਨਾਂ ਲੁੱਟਿਆ? ਮੈਂ ਭਾਰਤ ਨੂੰ ਲੁੱਟਿਆ ਤੇ ਇਹ ਮੈਨੂੰ ਲੁੱਟ ਕੇ ਲੈ ਗਏ, ਭਲਾ ਕੌਣ ਹੈ? ਪਰ ਜਦੋਂ ਜ਼ਕਰੀਆ ਖਾਨ ਨੇ ਦੱਸਣਾ ਸ਼ੁਰੂ ਕਰ ਦਿੱਤਾ, ਹਾਲਾਂਕਿ ਜ਼ਕਰੀਆ ਖਾਨ ਕੋਈ ਸਿੱਖਾਂ ਦਾ ਪੱਖੀ ਨਹੀਂ ਹੈ,
ਜ਼ਕਰੀਆ ਖਾਂ ਨੇ ਬੜਾ ਕਹਿਰ ਢਾਇਆ ਸਿੱਖਾਂ ਦੇ ਉੱਤੇ। ਬੜਾ ਲੰਮਾ ਸਮਾਂ ਜ਼ਕਰੀਆ ਖਾਂ ਦਾ ਵਾਹ ਸਿੱਖਾਂ ਨਾਲ ਪਿਆ ਰਿਹਾ। 1726 ਦੇ ਵਿੱਚ ਸੂਬੇਦਾਰੀ ਵਾਲੇ ਤਖਤ ਤੇ ਬੈਠਾ, 1745 ਤੱਕ ਮਰਨ ਤੱਕ, ਆਖਰੀ ਦਮ ਤੱਕ ਉੱਥੇ ਦਾ ਸੂਬੇਦਾਰ ਰਿਹਾ ਤੇ ਸਿੱਖਾਂ ਤੇ ਬੜਾ ਕਹਿਰ ਢਾਇਆ। ਹੈ ਵੈਰੀ, ਪਰ ਨਾਦਰ ਸ਼ਾਹ ਨੂੰ ਸਿੱਖਾਂ ਬਾਰੇ ਦੱਸਦਾ ਨਾ ਚਾਹੁੰਦਿਆਂ ਹੋਇਆਂ ਵੀ ਉਹਦੇ ਮੂੰਹੋਂ ਸਿੱਖਾਂ ਦੀ ਤਾਰੀਫ ਨਿਕਲੀ। ਉਹ ਸੱਚ ਦੱਸ ਰਿਹਾ, ਉਹਦਾ ਦੱਸਿਆ ਹੋਇਆ ਸੱਚ ਅਸਲੀਅਤ ਵਿੱਚ ਸਿੱਖਾਂ ਦੀ ਤਾਰੀਫ ਹੈ। ਮੈਂ ਪਹਿਲਾਂ ਵੀ ਬਹੁਤ ਵਾਰ ਜ਼ਿਕਰ ਕੀਤਾ, ਅਸਲ ਵਿੱਚ ਤਾਰੀਫ ਤਾਂ ਉਹ ਹੁੰਦੀ ਹੈ ਜਿਹੜੀ ਬਗਾਨੇ ਦੇ ਮੂੰਹ ਤੋਂ ਨਿਕਲੇ। ਆਪਣੇ ਬਾਰੇ ਤਾਂ ਬੰਦਾ ਬਹੁਤ ਵੱਡੇ ਵੱਡੇ ਦਾਅਵੇ ਕਰ ਲੈਂਦਾ ਹੈ, ਤਾਰੀਫ ਤਾਂ ਉਹ ਹੁੰਦੀ ਹੈ ਜਿਹੜੀ ਦੁਸ਼ਮਣ ਵੀ ਕਰੇ। ਪਰ ਇਹ ਸੱਚ ਹੈ, ਸਿੱਖਾਂ ਦੀ ਤਾਰੀਖ ਨੂੰ ਫਰੋਲ ਕੇ ਵੇਖ ਲਿਓ। ਸਿੱਖਾਂ ਦੇ ਕਿਰਦਾਰ ਤੇ ਸਿੱਖਾਂ ਦੇ ਜੀਵਨ ਦੀ ਜਦੋਂ ਗੱਲ ਤੁਰੇਗੀ, ਸਿੱਖਾਂ ਦੇ ਜੀਵਨ ਨੂੰ ਜਦੋਂ ਨੇੜੇ ਹੋ ਕੇ ਉਹਨਾਂ ਲੋਕਾਂ ਵੀ ਤੱਕਿਆ ਜਿਹੜੇ ਸਿਰੇ ਦੇ ਸਿੱਖਾਂ ਦੇ ਵੈਰੀ ਸਨ, ਉਹਨਾਂ ਦੀ ਕਲਮ ਵੀ ਰਹਿ ਨਾ ਸਕੀ, ਉਹਨਾਂ ਵੀ ਸਿੱਖਾਂ ਦੀ ਫਿਰ ਬਹਾਦਰੀ ਦੇ ਸੋਲੇ ਗਾਏ, ਸਿੱਖਾਂ ਦੀ ਬਹਾਦਰੀ ਨੂੰ ਕਲਮਬੰਦ ਕੀਤਾ। ਮੈਂ ਪਹਿਲਾਂ ਵੀ ਇੱਕ ਵਾਰ ਜ਼ਿਕਰ ਸਾਂਝਾ ਕੀਤਾ, ਕਾਜ਼ੀ ਨੂਰਦੀਨ ਮੁਹੰਮਦ ਬਾਹਰੋਂ ਆਏ ਹਮਲਾਵਰਾਂ ਦੇ ਨਾਲ ਆਇਆ। ਕਾਜ਼ੀ ਨੂਰਦੀਨ ਮੁਹੰਮਦ ਲਿਖਾਰੀ ਹੈ, ਜਿਹਦਾ ਲਿਖਿਆ ਹੋਇਆ ਜੰਗਨਾਮਾ ਵੀ ਮੌਜੂਦ ਹੈ, ਉਹਦਾ ਪੰਜਾਬੀ ਵਿੱਚ ਲੱਥਾ ਵੀ ਮਿਲ ਜਾਂਦਾ ਹੈ। ਤੇ ਕਾਜ਼ੀ ਨੂਰਦੀਨ ਮੁਹੰਮਦ ਸਿੱਖਾਂ ਦਾ ਕੱਟੜ ਵੈਰੀ ਹੈ, ਪਰ ਜਦੋਂ ਉਹਨੇ ਪੰਜਾਬ ਦੀ ਧਰਤੀ ਤੇ ਰਹਿ ਕੇ ਸਿੱਖਾਂ ਨੂੰ ਨੇੜੇ ਹੋ ਕੇ ਵੇਖਿਆ ਨਾ, ਸਿੱਖਾਂ ਨਾਲ ਉਹਦਾ ਵਾਹ ਪਿਆ, ਤੇ ਉਹਨੇ ਜਦੋਂ ਸਿੱਖਾਂ ਦੇ ਜੀਵਨ ਨੂੰ, ਇਹਨਾਂ ਦੇ ਕਿਰਦਾਰ ਨੂੰ, ਇਹਨਾਂ ਦੀ ਰਹਿਣੀ ਨੂੰ ਵੇਖਿਆ ਨਾ, ਉਹ ਵੀ ਕਾਇਲ ਹੋ ਗਿਆ। ਉਹ ਵੈਸੇ ਆਪਣੀਆਂ ਲਿਖਤਾਂ ਵਿੱਚ ਸਿੱਖਾਂ ਨੂੰ ਸੱਗ ਕਹਿੰਦਾ ਹੈ। ਸੱਗ ਦਾ ਮਾਇਨਾ ਉਹਨਾਂ ਦੀ ਬੋਲੀ ਵਿੱਚ ਫਾਰਸੀ ਵਿੱਚ ਕੁੱਤਾ ਹੁੰਦਾ। ਉਹ ਸਿੱਖ ਲਿਖਣ ਦੀ ਬਜਾਏ ਸੱਗ ਲਿਖਦਾ ਰਿਹਾ, ਪਰ ਜਦੋਂ ਸਿੱਖਾਂ ਦੇ ਜੀਵਨ ਨੂੰ ਸੱਚੀ ਉਹਨੇ ਨੇੜੇ ਹੋ ਕੇ ਤੱਕਿਆ ਨਾ, ਫਿਰ ਇਹ ਕਹਿਣ ਲੱਗਿਆ ਵੀ ਰਹਿ ਨਾ ਸਕਿਆ, ਆਖਿਆ ਜਿਨ੍ਹਾਂ ਨੂੰ ਮੈਂ ਸੱਗ ਲਿਖਦਾ ਨਾ, ਕੁੱਤੇ ਲਿਖਦਾ, ਇਹਨਾਂ ਵਰਗਾ ਉੱਚੇ ਸੁੱਚੇ ਕਿਰਦਾਰ ਦਾ ਮਾਲਕ ਵੀ ਕੋਈ, ਇਹਨਾਂ ਵਰਗਾ ਬਹਾਦਰ ਵੀ ਕੋਈ, ਇਹਨਾਂ ਵਰਗਾ ਜੁਝਾਰੂ ਵੀ ਕੋਈ ਨਹੀਂ, ਇਹਨਾਂ ਵਰਗਾ ਉੱਚੇ ਸੁੱਚੇ ਕਿਰਦਾਰ ਵਾਲਾ ਧਰਮੀ ਪੁਰਸ਼ ਵੀ ਕੋਈ। ਇਹ ਕੱਟੜ ਵੈਰੀ ਕਾਜ਼ੀ ਨੂਰਦੀਨ ਮੁਹੰਮਦ ਲਿਖਦਾ। ਫਿਰ ਅੰਗਰੇਜ਼ ਆਫਿਸਰ ਲਾਰਡ ਗੱਫ, ਉਹ ਵੀ ਸਿੱਖਾਂ ਦਾ ਵੈਰੀ ਹੈ, ਪਰ ਉਹਨੇ ਜਦੋਂ ਸਿੱਖਾਂ ਦੇ ਜੀਵਨ ਨੂੰ ਵੇਖਿਆ ਨਾ, ਉਹਨੇ ਵੀ ਇਹ ਗੱਲ ਮੰਨੀ। ਆਖਿਆ ਬੇਸ਼ੱਕ ਸਿੱਖਾਂ ਨੂੰ ਅਸੀਂ ਆਪਣੇ ਨਹੀਂ ਕਹਿੰਦੇ, ਇਹ ਸਾਡੇ ਵੈਰੀ ਹੈ, ਪਰ ਮੈਂ ਇਹ ਦਾਅਵੇ ਨਾਲ ਗੱਲ ਕਹਿ ਸਕਦਾ ਏਡੇ ਉੱਚੇ ਸੁੱਚੇ ਕਿਰਦਾਰ ਦੇ ਮਾਲਕ ਹੈ। ਕਹਿੰਦਾ ਮੈਂ ਆਪਣੀ ਗੱਲ ਕਰਦਾ, ਜੇ ਕਿਤੇ ਮੇਰੇ ਖੁਦ ਦੇ ਪਰਿਵਾਰ, ਮੇਰੇ ਪਰਿਵਾਰ ਦੀਆਂ ਬੱਚੀਆਂ, ਮੇਰੀ ਪਤਨੀ, ਮੇਰੀਆਂ ਧੀਆਂ ਦੇ ਉੱਤੇ ਕੋਈ ਬਿਪਤਾ ਆਣ ਬਣੇ, ਉਸ ਔਖੇ ਵਕਤ ਸ਼ਾਇਦ ਮੈਂ ਯਕੀਨ ਮੈਂ ਇਹਨਾਂ ਆਪਣਿਆਂ ਤੇ ਨਾ ਕਰਾਂ ਜਿੰਨਾ ਮੈਂ ਇਹਨਾਂ ਬਗਾਨੇ ਸਿੱਖਾਂ ਤੇ ਕਰ ਸਕਦਾ। ਜੇ ਕੋਈ ਬਿਪਤਾ ਆਣ ਬਣੇ, ਮੇਰੇ ਪਰਿਵਾਰ ਦੀ ਸੰਭਾਲ ਦੀ ਗੱਲ ਆਵੇ, ਮੈਂ ਇੰਨਾ ਭਰੋਸਾ ਆਪਣਿਆਂ ਤੇ ਨਹੀਂ ਕਰ ਸਕਦਾ ਮੈਂ ਜਿੰਨਾ ਇਹਨਾਂ ਕਿਰਦਾਰ ਦੇ ਪੱਕੇ ਸਿੱਖਾਂ ਤੇ ਕਰ ਸਕਦਾ ਹੈ। ਜੇ ਮੇਰੀਆਂ ਧੀਆਂ ਬੱਚੀਆਂ, ਘਰ ਦੀਆਂ ਇਸਤਰੀਆਂ ਇਹਨਾਂ ਦੇ ਕੋਲ ਹੋਣਗੀਆਂ, ਮਹਿਫੂਜ਼ ਰਹਿਣਗੀਆਂ। ਇਹ ਵੀ ਲਾਰਡ ਗੱਫ ਦੀ ਲਿਖੀ ਹੋਈ ਗੱਲ, ਜਿਹੜਾ ਸਿੱਖਾਂ ਦਾ ਵੈਰੀ। ਇੱਥੇ ਅੱਜ ਦੇ ਪ੍ਰਸੰਗ ਵਿੱਚ ਵੀ ਜ਼ਿਕਰ ਚੱਲ ਰਿਹਾ। ਨਾਦਰ ਸ਼ਾਹ ਪੁੱਛ ਰਿਹਾ ਜ਼ਕਰੀਆ ਖਾਨ ਨੂੰ ਇਹ ਕੌਣ ਹੈ, ਖਿਜਿਆ ਹੋਇਆ ਪੁੱਛ ਰਿਹਾ ਸੀ। ਜ਼ਕਰੀਆ ਖਾਨ ਵੀ ਵੈਰੀ ਹੈ ਤੇ ਨਾਦਰ ਸ਼ਾਹ ਵੀ ਵੈਰੀ ਹੈ। ਨਾਦਰ ਸ਼ਾਹ ਦਾ ਵਾਹ ਪਹਿਲੀ ਵਾਰ ਸਿੱਖਾਂ ਨਾਲ ਪਿਆ ਸੀ। ਜ਼ਕਰੀਆ ਖਾਨ ਬਹੁਤ ਸਮੇਂ ਤੋਂ ਸਿੱਖਾਂ ਦੇ ਵਿੱਚ ਵਿਚਰ ਰਿਹਾ ਸੀ, ਸਿੱਖਾਂ ਦੇ ਕਹਿਰ ਢਾ ਰਿਹਾ ਸੀ। ਨਾਦਰ ਸ਼ਾਹ ਨੂੰ ਜਦੋਂ ਜ਼ਕਰੀਆ ਖਾਨ ਨੇ ਗੱਲਾਂ ਦੱਸੀਆਂ, ਨਾ ਚਾਹੁੰਦਿਆਂ ਹੋਇਆਂ ਵੀ ਜ਼ਕਰੀਆ ਖਾਨ ਦੀ ਜ਼ੁਬਾਨੋਂ ਸਿੱਖਾਂ ਦੀ ਸਿਫਤਾਂ ਨਿਕਲ ਰਹੀਆਂ। ਤੇ ਕਹਿੰਦੇ ਜਦੋਂ ਨਾਦਰ ਸ਼ਾਹ ਨੇ ਸੁਣੀਆਂ ਜ਼ਕਰੀਆ ਖਾਨ ਕੋਲ ਸਿੱਖਾਂ ਦੀਆਂ ਗੱਲਾਂ, ਉਹਨਾਂ ਦੇ ਜੀਵਨ, ਰਹਿਣ ਸਹਿਣ, ਉਹਨਾਂ ਦੇ ਕਿਰਦਾਰ, ਉਹਨਾਂ ਦੀ ਚੜ੍ਹਦੀ ਕਲਾ ਦੀਆਂ ਬਾਤਾਂ ਜਦੋਂ ਨਾਦਰ ਸ਼ਾਹ ਨੇ ਸੁਣੀਆਂ ਜ਼ਕਰੀਆ ਖਾਨ ਤੋਂ, ਕਹਿੰਦੇ ਉਹਦੀ ਉਤਸੁਕਤਾ ਹੋਰ ਵੱਧ ਗਈ, ਉਹਦੇ ਮਨ ਦੇ ਵਿੱਚ ਹੋਰ ਇੱਛਾ ਜਾਗੀ। ਉਹ ਵਾਰ-ਵਾਰ ਪੁੱਛਦਾ, ਹੋਰ ਦੱਸ ਮੈਨੂੰ ਸਿੱਖਾਂ ਬਾਰੇ। ਆਇਆ ਤਾਂ ਖਿਜਿਆ ਹੋਇਆ ਸੀ, ਪਰ ਇੰਨਾ ਸਿੱਖਾਂ ਦੀ ਅਸਲੀਅਤ, ਉਹਨਾਂ ਦੇ ਇਤਿਹਾਸ ਤੇ ਜੀਵਨ ਸੁਣਨ ਵਿੱਚ ਮਗਨ ਹੋ ਗਿਆ, ਹੈਰਾਨ ਇੰਨਾ ਹੈ, ਉਹ ਵਾਰ-ਵਾਰ ਕਹਿੰਦਾ ਮੈਨੂੰ ਇਹਨਾਂ ਬਾਰੇ ਹੋਰ ਦੱਸ, ਹੋਰ ਦੱਸ। ਆਖਿਆ, ਕਹਿੰਦੇ ਪੁੱਛ ਨਾਦਰ ਸਭ ਸੁਣ ਲਿਓ। ਬਾਰ-ਬਾਰ ਕੱਲੀ ਕੱਲੀ ਗੱਲ ਇਹਨਾਂ ਬਾਰੇ ਜਿੰਨਾ ਕੁ ਜ਼ਕਰੀਆ ਖਾਨ ਨੂੰ ਪਤਾ ਸੀ, ਜਿੰਨਾ ਕੁ ਵਾਹ ਉਹਦਾ ਪਿਆ, ਇੱਕ ਇੱਕ ਗੱਲ ਜ਼ਕਰੀਆ ਖਾਨ ਤੋਂ ਸੁਣੀ। ਜਿਮ ਕਰ
ਫਿਰ ਅਗਲੀ ਗੱਲ ਆਖੀ, ਕਹਿੰਦੇ ਸਭੋ ਭੇਤ ਤਬ ਖਾਨੂੰ ਦਿਓ। ਜਿੰਨਾ ਕੋ ਜ਼ਕਰੀਆ ਖਾਂ ਜਾਣਦਾ ਸੀ ਸਿੱਖਾਂ ਬਾਰੇ, ਫਿਰ ਉਹਨੇ ਸਾਰਾ ਇੱਕ ਇੱਕ ਭੇਤ ਨਾਦਰ ਸ਼ਾਹ ਨੂੰ ਦਿੱਤਾ ਹੈ ਜੀ। ਤੇਗ ਬਹਾਦਰਾ ਜਿਮ ਸਿਰ ਦਇਓ, ਜਿਮ ਕਰ ਚਾਰ ਸਜਾਦੇ ਹਯੋ। ਤੇ ਫਿਰ ਅੱਗੇ ਜ਼ਕਰੀਆ ਖਾਂ ਨੇ ਦੱਸਿਆ ਇਹਨਾਂ ਦਾ ਇੱਕ ਨੌਵਾਂ ਗੁਰੂ ਤੇਗ ਬਹਾਦਰ ਉਹ ਵੀ ਹੋਏ। ਸੱਚ ਦੀ ਗੱਲ ਕਰਦਿਆਂ ਹੋਇਆਂ, ਇਨਸਾਨੀਅਤ ਦੇ ਹੱਕ ਹਕੂਕ ਦੀ ਗੱਲ ਕਰਦਿਆਂ ਹੋਇਆਂ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਉਹਨਾਂ ਸ਼ਹਾਦਤ ਦਾ ਜਾਮ ਪੀਤਾ। ਤੇਗ ਬਹਾਦਰ ਜਿਮ ਸਿਰ ਦਿਓ, ਜਿਸ ਤਰ੍ਹਾਂ ਦੇ ਨਾਲ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਸੀਸ ਵਾਰਿਆ, ਉਹ ਗੱਲ ਜ਼ਕਰੀਆ ਖਾਨ ਨੇ ਨਾਦਰ ਸ਼ਾਹ ਨੂੰ ਦੱਸੀ। ਤੇ ਫਿਰ ਕਹਿੰਦੇ ਜਿਮ ਕਰ ਚਾਰ ਸਜਾਦੇ ਹਯੋ, ਜਿਸ ਤਰ੍ਹਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਾਰੋਂ ਸਾਹਿਬਜ਼ਾਦੇ ਸ਼ਹਾਦਤ ਦਾ ਜਾਮ ਪੀ ਜਾਂਦੇ ਹੈ, ਸਰਹੰਦ ਦੀਆਂ ਦੀਵਾਰਾਂ ਵਿੱਚ ਚੁਣੇ ਜਾਂਦੇ ਹੈ, ਚਮਕੌਰ ਦੇ ਮੈਦਾਨ ਦੇ ਵਿੱਚ ਆਪਣਾ ਆਪਾ ਵਾਰ ਜਾਂਦੇ ਹੈ। ਜ਼ਕਰੀਆ ਖਾਨ ਨੇ ਇਹ ਗੱਲ ਵੀ ਨਾਦਰ ਸ਼ਾਹ ਨਾਲ ਸਾਂਝੀ ਕੀਤੀ ਹੈ ਜੀ। ਤਾਬ ਨਾਦਰਾ ਸੁਨ ਸੀਸ ਹਿਲਾਇਓ, ਅਪਨੋ ਕੀਨੋ ਆਪ ਤੁਮ ਪਾਇਓ। ਨਾਦਰ ਸ਼ਾਹ ਜਿਹੜਾ ਸਿੱਖਾਂ ਤੋਂ ਖਿੜਿਆ ਹੋਇਆ ਸੀ ਕਿ ਮੈਨੂੰ ਲੁੱਟ ਲਿਆ ਇਹਨਾਂ, ਕੌਣ ਹੈ ਭਲਾ ਦੱਸ। ਖਿੜੇ ਹੋਏ ਨੇ ਜਦੋਂ ਸਿੱਖਾਂ ਬਾਰੇ ਜ਼ਕਰੀਆ ਖਾਨ ਤੋਂ ਸੁਣਿਆ, ਤੇ ਸੁਣਦਿਆਂ ਉਹਨਾਂ ਦੀਆਂ ਬਹਾਦਰੀ ਦੀਆਂ ਗੱਲਾਂ, ਉਹਨਾਂ ਦੇ ਗੁਰੂ ਸਾਹਿਬਾਨਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਗੱਲ, ਇਹ ਸਭ ਕੁਝ ਪਿੱਛੇ ਧਰਮ ਖੜਾ ਸੀ, ਸੱਚ ਖੜਾ ਸੀ, ਇਨਸਾਨੀਅਤ ਮਨੁੱਖਤਾ ਦੀ ਭਲਾਈ ਖੜੀ ਸੀ। ਨਾਦਰ ਸ਼ਾਹ ਨੇ ਏਡਾ ਮਹਾਨ ਜੀਵਨ, ਏਡਾ ਮਹਾਨ ਇਤਿਹਾਸ ਸਿੱਖਾਂ ਦਾ ਜਦੋਂ ਸੁਣਿਆ, ਕਹਿੰਦੇ ਤਬ ਨਾਦਰ ਸੁਨ ਸੀਸ ਹਿਲਾਇਓ। ਐਡਾ ਕੁ ਮਗਨ ਹੋ ਗਿਆ ਸਿੱਖਾਂ ਦਾ ਇਤਿਹਾਸ ਸੁਣਦਿਆਂ ਸਹਿਜ ਸੁਭਾਏ ਸਿਰ ਹਿੱਲਣ ਲੱਗ ਪਿਆ, ਸਿਰ ਹਿਲਾਇਆ ਉਹਨਾਂ ਦਾ ਇਤਿਹਾਸ ਸੁਣ ਕੇ। ਤੇ ਫਿਰ ਜਿਹੜਾ ਜਵਾਬ ਦਿੱਤਾ ਜ਼ਕਰੀਆ ਖਾਨ ਨੂੰ, ਆਖਿਆ ਆਪਣੋ ਕੀਨੋ ਅਬ ਤੁਮ ਪਾਇਓ। ਜ਼ਕਰੀਆ ਖਾਨ ਨੂੰ ਆਖਿਆ, ਨਾਦਰ ਸ਼ਾਹ ਨੇ ਆਖਿਆ ਜ਼ਕਰੀਆ ਖਾਨ ਫਿਰ ਸਿੱਖ ਸਹੀ ਹੈ, ਫਿਰ ਤੁਸੀਂ ਆਪਣਾ ਕੀਤਾ ਹੀ ਪਾ ਰਹੇ ਹੋ। ਜਿੰਨਾ ਕੁ ਤੁਸੀਂ ਇਹਨਾਂ ਤੇ ਕਹਿਰ ਢਾਇਆ, ਤਸ਼ੱਦਦ ਕੀਤਾ, ਸੱਚ ਦੀ ਆਵਾਜ਼ ਨੂੰ ਦਫਨ ਕਰਨ ਵਾਸਤੇ ਜਿੰਨੇ ਤੁਸੀਂ ਯਤਨ ਕੀਤੇ ਹੈ, ਸ਼ਾਇਦ ਹੁਣ ਬੁਰਾ ਵਕਤ ਤੁਹਾਡਾ ਆ ਗਿਆ ਹੈ। ਸਿੱਖਾਂ ਭਲਾਈ ਕੀਤਾ ਹੈ, ਤੁਸੀਂ ਆਪਣਾ ਕੀਤਾ ਹੀ ਵੱਢ ਰਹੇ ਹੋ, ਜੋ ਬੀਜਿਆ ਹੈ ਉਹੀ ਵੱਢ ਰਹੇ ਹੋ। ਭਾਰਤ ਲੁੱਟਣ ਆਇਆ ਨਾਦਰ ਸ਼ਾਹ ਜਿਹੜਾ ਸਿੱਖਾਂ ਤੋਂ ਲੁੱਟਿਆ ਗਿਆ, ਸਿੱਖਾਂ ਦੀ ਬਹਾਦਰੀ ਦੇ ਕਿੱਸੇ ਸੁਣ ਕੇ ਜ਼ਕਰੀਆ ਖਾਨ ਵੀ ਉਲਟਾ ਕਹਿ ਰਿਹਾ ਹੈ, ਆਖਿਆ ਆਪਨੋ ਕੀਨੋ ਅਬ ਤੁਮ ਪਾਇਓ। ਫਿਰ ਤਾਂ ਜੋ ਤੁਸੀਂ ਪਾ ਰਹੇ ਹੋ ਇਹ ਆਪਣਾ ਕੀਤਾ ਹੀ ਵੱਢ ਰਹੇ ਹੋ ਜੀ। ਸੋ ਆਬਾ ਜੀਤੇ ਜਾਵੇ ਨਾਹੀ, ਜਿਨ ਕੇ ਸਾਹਿਬਾ ਆਪ ਪਨਾਹੀ। ਤੇ ਆਖਿਆ ਸੋ ਅਬ ਜੀਤੇ ਜਾਵੇ ਨਾਹੀ, ਜੇ ਤੂੰ ਮੇਰੇ ਤਜਰਬੇ ਦੀ ਗੱਲ ਸੁਣੇ ਜ਼ਕਰੀਆ ਖਾਨ, ਮੈਂ ਦਾਅਵੇ ਨਾਲ ਕਹਿ ਸਕਦਾ ਹੁਣ ਇਹ ਦਿੱਤੇ ਵੀ ਨਹੀਂ ਜਾਣੇ। ਜੇ ਹੁਣ ਤੱਕ ਨਾ ਦਬਾ ਸਕੇ ਨਾ ਤੁਸੀਂ, ਇਹਨਾਂ ਕਹਿਰ ਇਹਨਾਂ ਤੇ ਢਾਇਆ, ਇਹਨਾਂ ਦੇ ਗੁਰੂ ਸਾਹਿਬਾਨਾਂ ਨੂੰ ਸ਼ਹੀਦ ਕਰਕੇ ਵੇਖ ਲਿਆ, 10ਵੇਂ ਪਾਤਸ਼ਾਹ ਨਾਲ 14 ਜੰਗਾਂ ਕਰਕੇ ਵੇਖ ਲਈਆਂ। ਸਿੱਖਾਂ ਦੇ ਸਿਰਾਂ ਦੇ ਮੁੱਲ ਕਿਹੜਾ ਤਸੀਹਾ ਨਹੀਂ ਸੀ ਜਿਹੜਾ ਸਿੱਖਾਂ ਨੂੰ ਦਿੱਤਾ ਨਹੀਂ। 1739 ਦਾ ਇਤਿਹਾਸ ਚੱਲ ਰਿਹਾ, ਗੁਰੂ ਸਾਹਿਬਾਨ 1708 ਤੱਕ, ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦਾ ਦੌਰ 1716 ਤੱਕ, ਤੇ 1716 ਤੋਂ ਲੈ ਕੇ 1739 ਤੱਕ ਸਿੱਖਾਂ ਦਾ ਇਤਿਹਾਸ। ਇਹ ਕਹਿਰ ਤਸ਼ੱਦਦ ਹਾਕਮ ਨੇ ਅੱਤ ਦਾ ਢਾਹ ਕੇ ਵੇਖ ਲਿਆ, ਪਰ ਸਿੱਖਾਂ ਨੇ ਆਪਣੀ ਚਾਲ ਨਹੀਂ ਬਦਲੀ। ਗੁਰੂ ਕੇ ਨਕਸ਼ੇ ਕਦਮਾਂ ਤੇ ਚੱਲਣ ਦਾ ਸੁਭਾਅ ਨਹੀਂ ਉਹਨਾਂ ਨੇ ਬਦਲਿਆ। ਨਾਦਰ ਸ਼ਾਹ ਨੇ ਆਖਿਆ, ਮੈਂ ਜ਼ਕਰੀਆ ਖਾਨ ਦਾਅਵੇ ਨਾ ਕਹਿ ਸਕਦਾ, ਜਿਨ੍ਹਾਂ ਦੀ ਗੱਲ ਤੂੰ ਦੱਸੀ ਹੈ ਨਾ, ਜੇ ਵਾਕਈ ਇਹ ਸਿੱਖ ਇੱਦਾਂ ਦੇ ਹੈ ਤਾਂ ਸਮਝ ਲੈ ਹੁਣ ਜਿੱਤੇ ਜਾਣੇ ਵੀ ਨਹੀਂ। ਜੇ ਤੁਸੀਂ ਇਸ ਆਸ ਵਿੱਚ ਇਹਨਾਂ ਤੇ ਕਹਿਰ ਕਰ ਰਹੇ ਹੋ ਨਾ, ਜਾਣੀ ਕਿ ਚੇਤਾਵਨੀ ਦੇ ਰਿਹਾ ਬਾਹਰੋਂ ਆਇਆ ਹਮਲਾਵਰ ਨਾਦਰ ਸ਼ਾਹ ਇੱਥੋਂ ਦੇ ਜ਼ਕਰੀਆ ਖਾਨ ਨੂੰ, ਆਖਿਆ ਯਾਦ ਰੱਖੀ ਜਿੱਤੇ ਵੀ ਨਹੀਂ ਜਾਣੇ। ਸੋ ਆਪ ਜੀਤੇ ਜਾਵੇ ਨਾਹੀ, ਜਿਨ ਕੇ ਸਾਹਿਬ ਆਪ ਪਨਾਹੀ, ਜਿਨ੍ਹਾਂ ਦੇ ਉੱਤੇ ਮਾਲਕ ਆਪ ਦਇਆਵਾਨ ਹੋਵੇ, ਜਿਨ੍ਹਾਂ ਤੇ ਖੁਦਾ ਆਪ ਮਿਹਰਬਾਨ ਹੋਵੇ, ਜਿਹੜੇ ਖੁਦਾ ਦੇ ਰਾਹ ਤੇ ਚੱਲਣਾ ਪਸੰਦ ਕਰਦੇ ਹੋਣ, ਇਹ ਝੁਕਣਾ ਨਾ ਜਾਣਦੇ ਹੋਣ, ਇਹੋ ਜਿਹੇ ਕਦੇ ਦਬਾਏ ਨਹੀਂ ਜਾ ਸਕਦੇ। ਨਾਦਰ ਸ਼ਾਹ ਨੇ ਆਪਣਾ ਤਜਰਬਾ ਸਾਂਝਾ ਕੀਤਾ, ਜ਼ਕਰੀਆ ਖਾਨ ਨੂੰ ਚੇਤਾਵਨੀ ਵੀ ਦਿੱਤੀ, ਆਖਿਆ ਇਹਨਾਂ ਨੂੰ ਜੇ ਖਤਮ ਕਰ ਸਕਦਾ ਵਾਹ ਲਾ ਕੇ ਵੇਖ ਲੈ, ਪਰ ਇਹ ਪੱਕੀ ਗੱਲ ਹੈ
ਇਹ ਹੁਣ ਤੇਰੇ ਤੋਂ ਜਿੱਤੇ ਨਹੀਂ ਜਾਣ ਵਾਲੇ ਜੀ। ਦੋਹਰਾ 1796 ਨਾਦਰ ਕੇ ਕੰਧਾਰ ਖਾਨ ਬਾਦ ਰੱਖੀ ਤਬੈ ਧਰੀ ਸਿੰਘਨ ਫਿਰ ਮਾਰ। ਏਦਾਂ ਨਾਦਰ ਸ਼ਾਹ ਜ਼ਕਰੀਆ ਖਾਨ ਨੂੰ ਜਦੋਂ ਮਿਲਿਆ ਲਾਹੌਰ, ਉਹਨੂੰ ਚੇਤਾਵਨੀ ਦੇ ਗਿਆ। ਮੈਂ ਇਤਿਹਾਸ ਦਾ ਇਹ ਪੱਖ ਪਹਿਲਾਂ ਵੀ ਸਾਂਝਾ ਆਪਣਾ ਕੀਤਾ। ਜਦੋਂ ਨਾਦਰ ਸ਼ਾਹ ਨੇ ਸਿੱਖਾਂ ਦੀ ਬਹਾਦਰੀ ਦੀਆਂ ਇਹ ਗੱਲਾਂ ਸੁਣੀਆਂ ਨਾ ਕਿ ਇਹ ਸਿੱਖ ਤੇ ਜ਼ਕਰੀਆ ਖਾਨ ਨੂੰ ਉਹ ਕਹਿ ਕੇ ਜਾਂਦਾ ਹੋਇਆ ਗਿਆ, ਆਖਿਆ ਇਹ ਜਿੱਤੇ ਜਾਣ ਵਾਲੇ ਤਾਂ ਲੱਗਦੇ ਨਹੀਂ, ਪਰ ਜੇ ਤੁਹਾਨੂੰ ਲੱਗਦਾ ਹੈ ਵਾਹ ਲਾ ਦਿਓ ਇਹਨਾਂ ਨੂੰ ਖਤਮ ਕਰਨ ਦੀ, ਜੇ ਕਰ ਸਕਦੇ ਹੋ ਤਾਂ, ਵਰਨਾ ਉਹ ਦਿਨ ਦੂਰ ਨਹੀਂ ਜਦੋਂ ਰਾਜ ਇਹਨਾਂ ਦਾ ਹੋਏਗਾ, ਤਖਤਿਆਂ ਤੇ ਇਹ ਬੈਠਣਗੇ, ਤਖਤਾਂ ਤੇ ਰਾਜ ਇਹ ਕਰ ਰਹੇ ਹੋਣਗੇ ਬਹਿ ਕੇ, ਤੇ ਤੁਸੀਂ ਇਹਨਾਂ ਦੇ ਸ਼ਮਿਆਨਿਆਂ ਦੇ ਬਾਹਰ ਪਹਿਰੇਦਾਰ ਹੋ ਕੇ ਵਰਸ਼ੇ ਲੈ ਕੇ ਖਲੋਵੋਗੇ। ਵਾਕਈ ਇਹ ਇਤਿਹਾਸ ਅਗਲੇ ਪ੍ਰਸੰਗਾਂ ਵਿੱਚ ਤੁਹਾਡੇ ਨਾਲ ਲੜੀਵਾਰ ਸਾਂਝਾ ਕਰਾਂਗੇ। ਸਿੱਖ ਇਤਿਹਾਸ ਜਦੋਂ ਮਹਾਰਾਜੇ ਰਣਜੀਤ ਸਿੰਘ ਦਾ ਰਾਜ ਆਇਆ, ਇਹ ਸੱਚ ਹੋਇਆ। ਗੁਰੂ ਕੇ ਪਿਆਰੇ ਸਿੱਖਾਂ ਨੇ ਰਾਜ ਹੰਢਾਇਆ। ਇਹ ਜਿਹੜੇ ਬਾਹਰੋਂ ਆਏ ਅਫਗਾਨ ਪਠਾਨ ਕਿਤੇ ਇੱਥੇ ਹਮਲਾਵਰ ਹੋ ਕੇ ਚੜ੍ਹ ਕੇ ਆਉਂਦੇ ਸਨ, ਰਾਜਸੀ ਧਿਰ ਬਣ ਕੇ ਬੈਠੇ ਸਨ, ਉਹਨਾਂ ਫਿਰ ਨੌਕਰੀਆਂ ਵੀ ਕੀਤੀਆਂ। ਉਹ ਸ਼ਮਿਆਨਿਆਂ ਦੇ ਬਾਹਰ ਪਹਿਰੇ ਦੇਣ ਲਈ ਵੀ ਖਲੋਂਦੇ ਰਹੇ। ਨਾਦਰ ਸ਼ਾਹ ਨੇ ਚੇਤਾਵਨੀ ਦਿੱਤੀ। ਚੇਤਾਵਨੀ ਦੇ ਕੇ 1796 ਨਾਦਰ ਗਇਓ ਕੰਧਾਰ। ਸੰਮਤ 1796 ਜਾਣੀ ਕਿ 1739 ਈਸਵੀ ਦੇ ਵਿੱਚ ਨਾਦਰ ਸ਼ਾਹ ਤਾਂ ਭਾਰਤ ਨੂੰ ਲੁੱਟ ਕੇ ਕੰਧਾਰ ਵਾਲੇ ਪਾਸੇ, ਅਫਗਾਨਿਸਤਾਨ ਵਾਲੇ ਪਾਸੇ ਵਾਪਸ ਮੁੜ ਗਿਆ। ਪਰ ਖਾਨ ਬਹਾਦਰ ਖਿਜ ਤਵੈ ਧਰੀ ਸਿੰਘਨ ਫਿਰ ਮਾਰ। ਜ਼ਕਰੀਆ ਖਾਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਜਦੋਂ ਨਾਦਰ ਸ਼ਾਹ ਸੁਚੇਤ ਜਾਂਦਾ ਜਾਂਦਾ ਕਰ ਗਿਆ, ਉਹ ਵਾਰਨਿੰਗ ਦੇ ਗਿਆ, ਆਖਿਆ ਇਹਨਾਂ ਤੈਨੂੰ ਉਜਾੜਨਾ ਕਿਸੇ ਦਿਨ, ਇਹਨਾਂ ਨੂੰ ਨਹੀਂ ਜਿੱਤਿਆ ਜਾਣਾ। ਖਿਜ ਚੜ ਗਈ। ਖਾਨ ਬਹਾਦਰ ਖਿਜ ਤਵੇ ਖਿਜ ਗਿਆ ਕਿ ਨਾਦਰ ਸ਼ਾਹ ਸਾਹਮਣੇ ਮੇਰੀ ਬੇਇੱਜ਼ਤੀ ਹੋ ਗਈ। ਨਾਦਰ ਸ਼ਾਹ ਜੋ ਗੱਲਾਂ ਕਹਿ ਗਿਆ ਮੈਂ ਸੱਚ ਨਹੀਂ ਹੋਣ ਦੇਣੀਆਂ। ਕਹਿੰਦੇ ਇੱਕ ਵਾਰ ਖਿਜੇ ਹੋਏ ਨੇ, ਫਿਰ ਤੋਂ ਐਲਾਨ ਕਰ ਦਿੱਤਾ ਕਿ ਸਿੱਖਾਂ 'ਤੇ ਸਖਤੀ ਕਰ ਦਿੱਤੀ ਜਾਵੇ। ਸਿੰਘਨ ਫਿਰ ਮਾਰ ਤਬੈ ਧਰੀ ਸਿੰਘਨ ਫਿਰ ਮਾਰ। ਤਦੋਂ ਤੋਂ ਫਿਰ ਇਹ ਮਨ ਵਿੱਚ ਗੱਲ ਪੱਕੀ ਕਰ ਲਈ, ਸਿੱਖ ਮਾਰ ਕੇ ਹੀ ਸਾਹ ਲੈਣਾ, ਕਿਉਂਕਿ ਅੰਦਰੋਂ ਡਰ ਵੀ ਚੁੱਕਾ ਸੀ ਕਿਤੇ ਨਾਦਰ ਸ਼ਾਹ ਵਾਲੀ ਗੱਲ ਕਿਤੇ ਸੱਚ ਹੀ ਨਾ ਹੋ ਜਾਂਦੀ ਹੋਵੇ, ਐਦਾਂ ਨਾ ਹੋਵੇ ਕਿਤੇ ਮੈਨੂੰ ਮਾਰ ਮੁਕਾ ਕੇ ਸਾਡੇ ਰਾਜ ਤਖਤਾਂ 'ਤੇ ਬਹਿ ਜਾਵੇ। ਤੇ ਇਸ ਕਰਕੇ ਇੱਕ ਵਾਰ ਦੁਬਾਰਾ ਤੋਂ ਸਿੱਖਾਂ 'ਤੇ ਕਹਿਰ ਕਰਨ ਦੀ ਤਿਆਰੀ ਖਿੜੇ ਹੋਏ ਜ਼ਕਰੀਆ ਖਾਨ ਨੇ ਕਰ ਲਈ ਹੈ ਜੀ। ਚੌਪਈ ਮਾਰਦ ਮਾਰਦ ਸੂ ਮਾਰ ਗਇਓ ਤਿਨ ਕੋ ਕਰਨੋ ਜੋ ਕੁਛ ਰਜਿਓ। ਤੇ ਕਹਿੰਦੇ ਉਹ ਜ਼ਕਰੀਆ ਖਾਨ ਇੱਕ ਵਾਰ ਫਿਰ ਉਹਨੇ ਸਖਤੀ ਕਰਨੀ ਸ਼ੁਰੂ ਕਰ ਦਿੱਤੀ। 1739 ਤੋਂ ਲੈ ਕੇ 1745 ਤੱਕ ਦਾ ਸਮਾਂ। 1745 ਵਿੱਚ ਜ਼ਕਰੀਆ ਖਾਨ ਮਰ ਗਿਆ। ਤੇ ਕਹਿੰਦੇ ਮਾਰਤ ਮਾਰਤ ਸੋ ਮਰ ਗਇਓ। ਮਾਰਦਿਆਂ ਮਾਰਦਿਆਂ ਸਿੱਖਾਂ ਤੇ ਕਹਿਰ ਕਰਦਿਆਂ ਕਰਦਿਆਂ ਅਖੀਰ ਮਰ ਤਾਂ ਗਿਆ, ਪਰ ਆਖਰੀ ਦਮ ਤੱਕ ਸਿੱਖਾਂ ਪ੍ਰਤੀ ਮਨ ਵਿੱਚ ਜਿਹੜੀ ਜ਼ਹਿਰ ਭਰੀ ਹੋਈ ਸੀ ਉਸ ਖਿਆਲ ਨੂੰ ਛੱਡਿਆ ਨਹੀਂ। ਆਖਰੀ ਦਮ ਤੱਕ ਸਿੱਖਾਂ ਤੇ ਕਹਿਰ ਕਰਦਾ ਰਿਹਾ। ਕਹਿੰਦੇ ਤਿੰਨ ਕੋ ਕਰਨੇ ਜੋ ਕਿਛ ਰਹਿਓ। ਜੋ ਕਹਿਰ ਕਰਨ ਤੋਂ ਰਹਿ ਵੀ ਗਿਆ ਸੀ ਨਾ, ਉਹਨੇ ਕਸਰ ਨਹੀਂ ਕੋਈ ਛੱਡੀ। ਸਿੱਖਾਂ ਤੇ ਫਿਰ ਬਹੁਤ ਕਹਿਰ ਤਸ਼ੱਦਦ ਇੱਕ ਵਾਰ ਫਿਰ ਟੁੱਟ ਪਿਆ ਹੈ ਜੀ। ਜੋ ਸੁਨਿਓ ਸੋ ਦੇਵਾ ਕਾ ਪੁਰਖ ਪੁਰਾਤਨਾ ਜਿਨ ਗਏ ਭਾਗ। ਤੇ ਭਾਈ ਰਤਨ ਸਿੰਘ ਜੀ ਨੇ ਇਸ ਪ੍ਰਸੰਗ ਨੂੰ ਮੁਕਾਉਂਦਿਆਂ ਹੋਇਆ ਲਿਖਿਆ, ਆਖਿਆ ਜੋ ਸੁਨਿਓ ਸੋ ਦੇਉ ਆਖ। ਜੋ ਮੈਂ ਆਪਣੇ ਬਜ਼ੁਰਗਾਂ ਤੋਂ ਆਪਣੇ ਵਡੇਰਿਆਂ ਤੋਂ ਸੁਣਿਆ ਹੈ ਉਹ ਮੈਂ ਆਪ ਜੀ ਦੇ ਨਾਲ ਸਾਂਝਾ ਕਰ ਰਿਹਾ ਹੈ। ਪੁਰਖ ਪੁਰਾਤਨ ਜਿਮ ਗਏ ਭਾਗ, ਜਿਵੇਂ ਪੁਰਾਣੇ ਬਜ਼ੁਰਗ ਦੱਸ ਗਏ ਹੈ ਤੇ ਉਸ ਤਰ੍ਹਾਂ ਦੇ ਨਾਲ ਮੈਂ ਆਪ ਨਾਲ ਸਾਂਝਾ ਕਰਨ ਦਾ ਯਤਨ ਕੀਤਾ ਹੈ। ਇਸ ਪ੍ਰਸੰਗ ਵਿੱਚ ਭਾਈ ਸਾਹਿਬ ਨੇ ਉਹਨਾਂ ਹਾਲਾਤਾਂ ਨੂੰ ਬਿਆਨ ਕੀਤਾ ਹੈ ਜਿਨ੍ਹਾਂ ਹਾਲਾਤਾਂ ਵਿੱਚ ਗੁਰੂ ਕੇ ਪਿਆਰੇ ਸਿੱਖ ਹਾਕਮ ਦੇ ਨਾਲ ਜਿਹੜੇ ਡਟਦੇ ਰਹੇ। ਸਾਹਮਣੇ ਬੜੀਆਂ ਚੁਣੌਤੀਆਂ ਹੈ, ਸੰਘਰਸ਼ਮਈ ਰਾਹ ਹੈ, ਫਿਰ ਵੀ ਗੁਰੂ ਕੇ ਪਿਆਰੇ ਸਿੱਖ ਡਟੇ ਰਹੇ, ਘਬਰਾਏ ਨਹੀਂ। ਆਪਣੀ ਹੋਂਦ ਨੂੰ ਬਰਕਰਾਰ ਰੱਖਣ ਵਾਸਤੇ ਨਾਦਰ ਸ਼ਾਹ ਵਰਗਿਆਂ, ਜ਼ਕਰੀਆ ਖਾਨ ਵਰਗਿਆਂ ਜਾਂ ਇਸ ਤੋਂ ਬਾਅਦ
ਦੌਰ ਆਣਾ ਯਹੀਆ ਖਾਂ ਦਾ ਉਹਨਾਂ ਨਾਲ 2-4 ਹੁੰਦੇ ਰਹੇ, ਪਰ ਫਿਰ ਵੀ ਇਹੋ ਜਿਹੇ ਹਾਲਾਤਾਂ ਦੇ ਵਿੱਚ ਉਹ ਗੁਰੂ ਪਾਤਸ਼ਾਹ ਜੀ ਦਾ ਆਸਰਾ ਲੈ ਕੇ ਚੜ੍ਹਦੀ ਕਲਾ ਵਿੱਚ ਰਹੇ। ਇਸ ਤੋਂ ਅਗਲੇ ਪ੍ਰਸੰਗ ਦੀ ਵਿਚਾਰ ਕੱਲ੍ਹ ਦੇ ਦੀਵਾਨ ਵਿੱਚ ਆਪ ਜੀ ਨਾਲ ਸਾਂਝੀ ਕਰਾਂਗੇ ਕਿ ਕਿਵੇਂ ਨਾਦਰ ਸ਼ਾਹ ਦੀ ਚੇਤਾਵਨੀ ਤੋਂ ਬਾਅਦ ਡਰਿਆ ਹੋਇਆ ਜਗਰੀਆ ਖਾਂ ਇੱਕ ਵਾਰ ਫਿਰ ਸਿੱਖਾਂ 'ਤੇ ਸਖਤੀਆਂ ਕਰਦਾ ਹੈ, ਸਿੱਖਾਂ ਦੇ ਸਿਰਾਂ ਦੇ ਉੱਤੇ ਇਨਾਮ ਰੱਖਦਾ ਹੈ। ਕੱਲ੍ਹ ਦੇ ਦੀਵਾਨ ਵਿੱਚ ਆਪ ਜੀ ਨਾਲ ਇਹ ਵਿਚਾਰਾਂ ਸਾਂਝੀਆਂ ਕਰਨ ਦਾ ਯਤਨ ਕਰਾਂਗੇ ਜੀ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ